ਕੁਲਵੰਤ ਸਿੰਘ ਵਿਰਕ ਕਈ ਕਾਰਨਾਂ ਕਰਕੇ ਪੰਜਾਬੀ ਕਹਾਣੀ ਦਾ ਨਿਵੇਕਲਾ ਤੇ ਵੱਡਾ ਕਹਾਣੀਕਾਰ ਹੈ। ਦਰਅਸਲ ਜਿਸ ਕਹਾਣੀ ਨੂੰ ਅਸੀਂ ਨਿੱਕੀ ਕਹਾਣੀ ਜਾਂ ਹੁਨਰੀ ਨਿੱਕੀ ਕਹਾਣੀ ਕਹਿੰਦੇ ਹਾਂ, ਉਸ ਦੇ ਸਹੀ ਮਾਪਦੰਡ ਕੁਲਵੰਤ ਸਿੰਘ ਵਿਰਕ ਨੇ ਹੀ ਸਥਾਪਿਤ ਕੀਤੇ, ਜਿਨ੍ਹਾਂ ਨੂੰ ਉਸ ਤੋਂ ਬਾਅਦ ਆਉਣ ਵਾਲੇ ਕਹਾਣੀਕਾਰਾਂ ਨੇ ਲੰਮਾ ਸਮਾਂ ਅਪਣਾਈ ਰੱਖਿਆ। ਇਉਂ ਪੰਜਾਬੀ ਕਹਾਣੀ ਦੇ ਇਤਿਹਾਸ ਉੱਤੇ ਕੁਲਵੰਤ ਸਿੰਘ ਵਿਰਕ ਦਾ ਅਸਰ ਬਹੁਤ ਦੇਰ ਤੱਕ ਤੇ ਦੂਰ ਤੱਕ ਪਿਆ ਨਜ਼ਰ ਆਉਂਦਾ ਹੈ। ਆਪਣੀਆਂ ਕੁੱਲ ਕਹਾਣੀਆਂ ਦੀ ਕਿਤਾਬ ਮੇਰੀਆਂ ਸਾਰੀਆਂ ਕਹਾਣੀਆਂ ਵਿੱਚ ਕੁਲਵੰਤ ਸਿੰਘ ਵਿਰਕ ਨੇ ਆਪਣੀ ਕਹਾਣੀ ਦੇ ਸਰੋਤਾਂ ਬਾਰੇ ਤੇ ਆਪਣੀ ਕਹਾਣੀ ਕਲਾ ਬਾਰੇ 2 ਲਿਖਤਾਂ ਲਿਖੀਆਂ ਨੇ, ਸਾਹਿਤਕ ਪਿਛਵਾੜਾ ਤੇ ਕਹਾਣੀ ਜੁੜਦੀ ਕਿਵੇਂ ਹੈ। ਇਹਨਾਂ ਨੂੰ ਪੜ੍ਹਦਿਆਂ ਬਹੁਤ ਦਿਲਚਸਪ ਗੱਲਾਂ ਸਾਹਮਣੇ ਆਉਂਦੀਆਂ ਨੇ। ਆਓ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦੇ ਸੋਮਿਆਂ ਕੋਲ ਚੱਲੀਏ। BA ਪਾਸ ਕਰਨ ਤੀਕ, ਅਰਥਾਤ 19ਵੀਂ ਸਾਲ ਦੀ ਉਮਰ ਤੀਕ, ਮੈਨੂੰ ਲਿਖਣ ਦਾ ਕੋਈ ਸ਼ੌਕ ਨਹੀਂ ਸੀ ਤੇ ਨਾ ਹੀ ਮੈਂ ਕਦੀ ਕੁਝ ਲਿਖਿਆ ਸੀ। ਕੋਰਸ ਵਿੱਚ ਲੱਗੀਆਂ ਕਿਤਾਬਾਂ ਤੋਂ ਬਾਹਰ ਮੈਂ ਕਦੀ ਪੜ੍ਹਿਆ ਵੀ ਕੁਝ ਨਹੀਂ ਸੀ। ਜੇ ਕੁਝ ਪੜ੍ਹਿਆ ਹੋਵੇਗਾ ਤਾਂ ਪ੍ਰੋਫੈਸਰਾਂ ਦੇ ਕਹਿਣ ਉੱਤੇ ਅੰਗਰੇਜ਼ੀ ਭਾਸ਼ਾ ਸਿੱਖਣ ਲਈ, ਕਿਸੇ ਸਾਹਿਤਕ ਰੁਚੀ ਕਰਕੇ ਨਹੀਂ। MA ਵਿੱਚ ਮੈਂ ਲਾਹੌਰ ਦਾ ਫੋਰਮਨ ਕ੍ਰਿਸਚੀਅਨ ਕਾਲਜ ਛੱਡ ਕੇ ਅੰਮ੍ਰਿਤਸਰ ਖਾਲਸਾ ਕਾਲਜ ਚਲਾ ਗਿਆ। ਇੱਥੇ ਮੈਂ ਕਾਲਜ ਦੇ ਮੈਗਜ਼ੀਨ ਵਿੱਚ ਪਹਿਲੀ ਵਾਰ ਲਿਖਣਾ ਆਰੰਭਿਆ। ਇਹ ਅੰਗਰੇਜ਼ੀ ਵਿੱਚ ਸੀ, ਪੰਜਾਬੀ ਵਿੱਚ ਲਿਖਣਾ ਮੈਨੂੰ ਨਹੀਂ ਆਉਂਦਾ ਸੀ। ਕਾਲਜ ਦੇ ਮੈਗਜ਼ੀਨ ਦੀਆਂ ਪਹਿਲੀਆਂ ਲਿਖਤਾਂ ਤਾਂ ਐਵੇਂ ਟੋਟਕੇ ਹੀ ਸਨ, ਜਿਵੇਂ ਮੈਗਜ਼ੀਨਾਂ ਵਿੱਚ ਹੁੰਦੇ ਹਨ। ਪਰ ਹੁਣ ਮੈਨੂੰ ਚੇਤੇ ਆਉਂਦਾ ਹੈ ਕਿ ਹੌਲੀ-ਹੌਲੀ ਉਹਨਾਂ ਵਿੱਚ ਕਹਾਣੀਆਂ ਦੇ ਨਕਸ਼ ਆਉਂਦੇ ਗਏ। ਆਪਣੇ ਵਡਿੱਕਿਆਂ ਬਾਰੇ ਸਾਡੇ ਪਿੰਡ ਉੱਤੇ ਅੰਗਰੇਜ਼ੀ ਕਬਜ਼ਾ ਹੋਣ ਵੇਲੇ ਦੀ ਜਿਹੜੀ ਗੱਲ ਮੈਂ ਸੁਣੀ ਹੋਈ ਸੀ, ਉਸ ਨੂੰ ਵੀ ਕਹਾਣੀ ਦੀ ਸ਼ਕਲ ਦੇ ਕੇ ਮੈਂ ਲਿਖਿਆ। ਪ੍ਰੋਫੈਸਰ ਹਰਬੰਸ ਸਿੰਘ ਨੇ ਇਸ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਖਾਲਸਾ ਸੇਵਕ ਦੇ ਖਾਸ ਨੰਬਰ ਵਿੱਚ ਛਪਵਾਇਆ। ਇਹ ਗੱਲ 1942 ਦੀ ਹੈ। ਕਾਲਜ ਛੱਡਣ ਪਿੱਛੋਂ ਮੈਂ ਫੌਜ ਵਿੱਚ ਭਰਤੀ ਹੋ ਗਿਆ। ਛੁੱਟੀਆਂ ਵਿੱਚ ਇੱਕ ਵਾਰ ਲਾਹੌਰ ਫਿਰਦਿਆਂ ਮੈਂ ਵੇਖਿਆ ਕਿ ਪੰਜਾਬੀ ਕਿਤਾਬਾਂ ਦੀ ਇੱਕ ਦੁਕਾਨ ਲਾਹੌਰ ਬੁੱਕ ਸ਼ਾਪ ਖੁੱਲ੍ਹ ਗਈ ਹੈ। ਉੱਥੋਂ ਮੈਂ 10 ਰੁਪਏ ਦੀਆਂ 4-5 ਕਿਤਾਬਾਂ ਲੈ ਲਈਆਂ। ਹੁਣ ਯਾਦ ਕਰਕੇ ਹੈਰਾਨੀ ਹੁੰਦੀ ਹੈ ਕਿ ਉਹਨਾਂ ਵਿੱਚ ਕਹਾਣੀਆਂ ਦੀ ਕੋਈ ਕਿਤਾਬ ਨਹੀਂ ਸੀ। ਕਹਾਣੀ ਵਿੱਚ ਮੇਰੀ ਉਚੇਚੀ ਦਿਲਚਸਪੀ ਨਹੀਂ ਸੀ। ਅੰਗਰੇਜ਼ ਫੌਜੀ ਅਫਸਰਾਂ ਦੇ ਮਨਪਰਚਾਵੇ ਲਈ ਉਦੋਂ ਬਹੁਤ ਸਾਰੇ ਪਰਚੇ ਵਲੈਤੋਂ ਆਉਂਦੇ ਸਨ। ਇਹੋ ਜਿਹੇ ਇੱਕ ਪਰਚੇ ਵਿੱਚ ਇੱਕ ਕਹਾਣੀ ਇੱਕ ਚਾਚੇ ਬਾਰੇ ਸੀ, ਜਿਹੜਾ ਸ਼ਰਾਬ ਪੀ ਕੇ ਆਪਣੇ ਭਤੀਜੇ ਨਾਲ ਬੜੇ ਪ੍ਰੇਮ ਦੀਆਂ ਗੱਲਾਂ ਕਰਦਾ ਸੀ। ਮੈਂ ਸੋਚਿਆ ਇਹੋ ਜਿਹੀ ਕਹਾਣੀ ਪੰਜਾਬੀ ਵਿੱਚ ਲਿਖਣੀ ਚਾਹੀਦੀ ਹੈ। ਜਦੋਂ ਮੈਂ ਆਪਣੇ ਪਿੰਡ ਦੇ ਇੱਕ ਛੜੇ ਚਾਚੇ ਵੱਲ ਧਿਆਨ ਮਾਰਿਆ ਤਾਂ ਉਹ ਬਹੁਤ ਬੇਜਾਨ ਜਿਹਾ ਲੱਗਾ। ਉਸ ਤਰ੍ਹਾਂ ਦੇ ਆਦਮੀ ਬਾਰੇ ਮੇਰੀ ਕਹਾਣੀ ਲਿਖਣ ਦੀ ਨੀਅਤ ਨਹੀਂ ਸੀ। ਇੱਕ ਅੱਧ ਗੱਲ ਤਾਂ ਮੈਂ ਉਸੇ ਦੀ ਲੈ ਲਈ, ਪਰ ਬਹੁਤੀਆਂ ਕੋਲੋਂ ਜੋੜ ਕੇ ਮੈਂ ਇੱਕ ਕਹਾਣੀ ਘੜ ਲਈ। ਇਹ ਕਹਾਣੀ ਮੈਂ ਸੁਰਿੰਦਰ ਸਿੰਘ ਨਰੂਲਾ ਨੂੰ 5 ਦਰਿਆ ਵਿੱਚ ਛਪਣ ਲਈ ਦੇ ਦਿੱਤੀ। ਮੇਰੀ ਉਹ ਕਹਾਣੀ ਮੋਹਨ ਸਿੰਘ ਨੇ ਬਹੁਤ ਪਸੰਦ ਕੀਤੀ ਤੇ ਮੈਨੂੰ ਇਸ ਬਾਰੇ ਇੱਕ ਚਿੱਠੀ ਲਿਖੀ। ਚਿੱਠੀ ਵਿੱਚ ਉਹਨਾਂ ਅੰਗਰੇਜ਼ੀ ਵਿੱਚ ਲਿਖਿਆ ਕਿ ਮੈਨੂੰ ਤੇਰੇ ਵਿੱਚ ਇੱਕ ਬਹੁਤ ਵੱਡਾ ਲੇਖਕ ਬਣਨ ਦੀਆਂ ਸੰਭਾਵਨਾਵਾਂ ਦਿਸਦੀਆਂ ਹਨ। ਇਹ ਚਿੱਠੀ ਆਉਣ ਨਾਲ ਮੈਨੂੰ ਇੱਕ ਤਰ੍ਹਾਂ ਦਾ ਵਕਤ ਪੈ ਗਿਆ। ਇਉਂ ਲੱਗੇ ਕਿ ਕਹਾਣੀਆਂ ਜ਼ਰੂਰ ਲਿਖਣੀਆਂ ਹਨ, ਪਰ ਪਤਾ ਨਹੀਂ ਸੀ ਲੱਗਦਾ ਕਿ ਕਿਸ ਗੱਲ ਬਾਰੇ ਲਿਖਾਂ। ਉਸ ਵੇਲੇ ਵਿਸ਼ਾ ਲੱਭਣਾ ਬਹੁਤ ਔਖਾ ਲੱਗਦਾ ਸੀ। ਇਹ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਵਿਸ਼ਾ ਚੱਲ ਜਾਏਗਾ, ਕਿਹੜੀ ਗੱਲ ਉੱਤੇ ਕਹਾਣੀ ਠੀਕ ਰਹੇਗੀ। ਉਂਝ ਤਾਂ ਸਾਹਿਤ ਬਾਰੇ ਮੈਨੂੰ ਕੁਝ ਸੂਝ ਹੈ ਸੀ,
ਹੋਰਨਾਂ ਦੀਆਂ ਲਿਖੀਆਂ ਪੰਜਾਬੀ ਕਹਾਣੀਆਂ ਨੂੰ ਮੈਂ ਚੰਗੀ ਤਰ੍ਹਾਂ ਪਰਖ ਸਕਦਾ ਸਾਂ, ਪਰ ਆਪਣੀਆਂ ਕਹਾਣੀਆਂ ਬਾਰੇ ਮੈਨੂੰ ਕੁਝ ਪਤਾ ਨਾ ਲੱਗਦਾ। ਪੰਜ ਦਰਿਆ ਦੇ ਦਫ਼ਤਰ ਹੇਠਾਂ ਇੱਕ ਲੈਟਰ ਬਾਕਸ ਲੱਗਾ ਹੁੰਦਾ ਸੀ। ਕਹਾਣੀ ਲਿਖ ਲੈਣ ਮਗਰੋਂ ਮੈਂ ਦੁਪਹਿਰ ਵੇਲੇ ਕਦੀ ਜਾਂਦਾ ਤੇ ਉਸ ਵਿੱਚ ਆਪਣੀ ਕਹਾਣੀ ਪਾ ਕੇ ਭੱਜ ਆਉਂਦਾ। ਮੈਨੂੰ ਡਰ ਹੁੰਦਾ ਕਿ ਮੈਨੂੰ ਵੇਖ ਕੇ ਪ੍ਰੋਫੈਸਰ ਮੋਹਨ ਸਿੰਘ ਨੇ ਮੈਨੂੰ ਆਵਾਜ਼ ਮਾਰ ਲੈਣੀ ਹੈ, ਫਿਰ ਨਵੀਂ ਕਹਾਣੀ ਦੀ ਗੱਲ ਨਿਕਲ ਆਵੇਗੀ ਤਾਂ ਉਹ ਪੜ੍ਹਨ ਨੂੰ ਕਹਿਣਗੇ। ਮੈਂ ਹਰ ਗੱਲ ਪਿੰਡ ਦੇ ਵਾਤਾਵਰਣ ਵਿੱਚ ਕਰਨ ਦਾ ਇੱਛੁਕ ਸਾਂ। ਜੇ ਕੋਈ ਖਿਆਲ ਮੈਨੂੰ ਸ਼ਹਿਰੀ ਜੀਵਨ ਵਿੱਚੋਂ ਵੀ ਸੁਝਦਾ ਤਾਂ ਮੈਂ ਉਸ ਨੂੰ ਧਿੱਕ ਕੇ ਪਿੰਡ ਲੈ ਜਾਂਦਾ ਤੇ ਉੱਥੋਂ ਦੇ ਪਾਤਰਾਂ ਰਾਹੀਂ ਉਗਾੜਦਾ। ਉੱਥੋਂ ਦੀ ਗੱਲ ਕਰਨਾ ਮੇਰੇ ਲਈ ਸੌਖਾ ਸੀ। ਇਹ ਝੁਕਾਅ 1955 ਦੁੱਧ ਦਾ ਛੱਪੜ ਤੀਕ ਚੱਲਦਾ ਰਿਹਾ। ਆਪਣੀ ਵਹੁਟੀ ਸਾਹਮਣੇ ਹੀਣਤ ਹੋਣ ਤੋਂ ਬਚਣ ਲਈ ਇੱਕ ਆਦਮੀ ਵਧੀਆ ਚਾਲ ਚੱਲਦਾ ਹੈ। ਇਹ ਕਹਾਣੀ ਮੈਨੂੰ ਸ਼ਹਿਰ ਰਹਿੰਦਿਆਂ ਸੁੱਝੀ। ਉਦੋਂ ਪਿੰਡ ਨਾਲੋਂ ਮੇਰਾ ਸੰਬੰਧ ਟੁੱਟਿਆਂ 8-10 ਸਾਲ ਹੋ ਗਏ ਸਨ, ਪਰ ਮੇਰੇ ਮਨ ਵਿੱਚ ਇਹ ਸੰਬੰਧ ਹਾਲੇ ਜਿਉਂਦਾ ਸੀ। 1960 ਵਿੱਚ ਗੋਲਾਂ ਛਪੀ ਤਾਂ ਖੁਸ਼ਵੰਤ ਸਿੰਘ ਨੇ ਕਿਹਾ, ਹੁਣ ਤੂੰ ਪਹਿਲੇ ਵਾਲਾ ਨਹੀਂ ਰਿਹਾ, ਤੇਰੀ ਕਿਰਤ ਵਿੱਚੋਂ ਪਿੰਡ ਦਾ ਨਾਂ ਨਿਸ਼ਾਨ ਉੱਡ ਗਿਆ ਹੈ। ਇਹ ਗੱਲ ਠੀਕ ਸੀ। ਕਿਰਤ ਕਰਦੇ ਪੇਂਡੂ ਦਾ ਹੁਣ ਮੇਰੇ ਮਨ ਵਿੱਚ ਕੋਈ ਨਕਸ਼ਾ ਨਹੀਂ ਸੀ। ਪਿਛਲੇ ਅਨੁਭਵ ਦੇ ਆਧਾਰ ਤੇ ਜੇ ਚਾਹਾਂ ਤਾਂ ਨਾਵਲ ਲਿਖ ਸਕਦਾ ਹਾਂ। ਕਹਾਣੀਆਂ ਲਿਖਣ ਲਈ ਪੁਰਾਣਾ ਅਨੁਭਵ ਕੰਮ ਨਹੀਂ ਆਉਂਦਾ। ਸਾਡਾ ਪਿੰਡ ਪਾਕਿਸਤਾਨ ਬਣਨ ਪਿੱਛੋਂ ਉੱਜੜ ਗਿਆ। ਪਿੰਡ ਵਾਲੇ ਥਾਈਂ ਥਾਈਂ ਖਿੰਡ ਗਏ। ਮੈਂ ਸ਼ਹਿਰ ਨੌਕਰੀ ਕਰਨ ਲੱਗ ਪਿਆ। ਪਿੰਡ ਵਾਲੇ ਕੰਮ ਤਾਂ ਹੁਣ ਵੀ ਉਹੀ ਕਰਦੇ ਨੇ ਜੋ ਪਹਿਲਾਂ ਕਰਦੇ ਸਨ, ਪਰ ਮੇਰੇ ਲਈ ਉਹਨਾਂ ਦੇ ਹੁਣ ਜੀਵਨ ਦਾ ਅਨੁਭਵ ਅਸੰਭਵ ਹੈ। ਇਸ ਲਈ ਕਹਾਣੀ ਵਿੱਚ ਮੈਨੂੰ ਅੱਜ ਕੱਲ੍ਹ ਦੇ ਕਿਸੇ ਪਿੰਡ ਵਿੱਚ ਵੜਨ ਤੋਂ ਡਰ ਲੱਗਦਾ ਹੈ। ਸ਼ੇਰਨੀਆਂ ਵਿੱਚ ਪਿੰਡ ਪੜ੍ਹਾਉਣ ਜਾਂਦੀ ਕੁੜੀ ਨੂੰ ਮੈਂ ਸੜਕ ਤੋਂ ਹੀ ਵਿਦਿਆ ਕਰ ਦਿੰਦਾ ਹਾਂ। ਉਹਦੇ ਨਾਲ ਪਿੰਡ ਨਹੀਂ ਜਾਂਦਾ, ਝਾਕਾ ਆਉਂਦਾ ਹੈ। ਉੱਡੋਂ ਸੁੱਡੋਂ ਕਹਾਣੀ ਵਿੱਚ ਮੈਂ ਪਿੰਡ ਵਿੱਚ ਇੱਕ ਖਾਸ ਘਟਨਾ ਨੂੰ ਵੇਖਣ ਲਈ ਪਰਦੇਸੀਆਂ ਵਾਂਗ ਜਾਂਦਾ ਹਾਂ, ਜਿਵੇਂ ਹੋਰ ਲੋਕ ਜਾਂਦੇ ਹਨ। ਇਸ ਘਟਨਾ ਬਾਰੇ ਵੇਖ ਸੁਣ ਸਕਦਾ ਹਾਂ, ਪਿੰਡ ਦੇ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਮੇਰੀਆਂ ਕਹਾਣੀਆਂ ਵਿੱਚ ਇੱਕ ਮੋਟੀ ਗੱਲ ਇਹ ਹੈ ਕਿ ਇਹਨਾਂ ਦਾ ਪਿੰਡਾਂ ਪੁਰਾਣੀਆਂ ਯਾਦਾਂ ਹਨ। ਛੋਟੇ ਹੁੰਦੇ ਤੋਂ ਲੈ ਕੇ ਜੋ ਜੀਵਨ ਮੈਂ ਜੀਵਿਆ ਹੈ, ਉਸ ਵਿਚਲੀਆਂ ਘਟਨਾਵਾਂ ਤੇ ਵਾਪਰੀਆਂ ਬਾਰੇ ਜੋ ਕੁਝ ਮੈਨੂੰ ਯਾਦ ਹੈ, ਉਹ ਮੇਰੀਆਂ ਕਹਾਣੀਆਂ ਵਿੱਚ ਆਉਂਦਾ ਹੈ। ਜੇ ਮੇਰੀਆਂ ਯਾਦਾਂ ਹੀ ਹਰ ਕਹਾਣੀ ਦਾ ਪਿੰਡਾ ਹਨ ਤਾਂ ਉਸ ਦੀ ਜਾਨ ਜਾਂ ਰੂਹ ਕੀ ਹੈ? ਇਹ ਰੂਹ ਉਹ ਖਿਆਲ ਜਾਂ ਭਾਵ ਹੈ ਜਿਸ ਮੈਨੂੰ ਉਹ ਕਹਾਣੀ ਲਿਖਣ ਲਈ ਪ੍ਰੇਰਿਆ ਸੀ। ਕਦੀ-ਕਦੀ ਜਦੋਂ ਕਿਸੇ ਘਟਨਾ ਦਾ ਮੇਰੇ ਮਨ ਉੱਤੇ ਬਹੁਤਾ ਅਸਰ ਹੁੰਦਾ ਹੈ ਤਾਂ ਮੇਰੇ ਅੰਦਰ ਚੋਖੀ ਹਿਲਜੁਲ ਹੁੰਦੀ ਹੈ, ਤਾਂ ਕਹਾਣੀ ਦਾ ਇਹ ਭਾਵ ਜਾਂ ਖਿਆਲ ਜਨਮ ਲੈ ਲੈਂਦਾ ਹੈ। ਇਸ ਖਿਆਲ ਦੇ ਜਨਮ ਲੈਣ ਨਾਲ ਇੱਕ ਫੈਸਲਾ ਜ਼ਰੂਰ ਹੋ ਜਾਂਦਾ ਹੈ ਕਿ ਇਹ ਕਿਸੇ ਨਾ ਕਿਸੇ ਸ਼ਕਲ ਵਿੱਚ ਕਹਾਣੀ ਬਣੇਗੀ। ਇਹ ਖਿਆਲ ਹੁਣ ਮੈਨੂੰ ਛੱਡ ਕੇ ਨਹੀਂ ਜਾਏਗਾ। ਜੇ 5-7 ਦਿਨਾਂ ਲਈ ਹੇਠਾਂ ਚੁੱਭੀ ਮਾਰ ਵੀ ਜਾਵੇ ਤਾਂ ਫਿਰ ਨਿਕਲ ਆਉਂਦਾ ਹੈ। ਕਈ ਵਾਰੀ ਕਹਾਣੀ ਦਾ ਇਹ ਰੂਪ ਉਹ ਪੂਰੀ ਦੀ ਪੂਰੀ ਘਟਨਾ ਹੀ ਹੁੰਦੀ ਹੈ ਜਿਸ ਵਿੱਚੋਂ ਇਹ ਖਿਆਲ ਨਿਕਲਿਆ ਹੁੰਦਾ ਹੈ। ਉਦੋਂ ਮੈਨੂੰ ਬਹੁਤਾ ਸੋਚਣਾ ਨਹੀਂ ਪੈਂਦਾ। ਕਹਾਣੀ ਏਕ ਸਕੇ ਹਮ ਬਾਰਿਕ, ਸਾਬਨ ਤੇ ਕੁਝ ਹੱਦ ਤੱਕ ਖੱਬਲ ਇਸ ਕਿਸਮ ਦੇ ਨਮੂਨੇ ਹਨ, ਜਿੱਥੇ ਖਿਆਲ ਦੇ ਨਾਲ ਨਾਲ ਪੂਰੀ ਕਹਾਣੀ ਵੀ ਮਿਲੀ। ਦੂਜੇ ਪਾਸੇ ਕਈ ਵਾਰੀ ਸਿਰਫ ਖਿਆਲ ਹੀ ਮਿਲਦਾ ਹੈ ਤੇ ਉਸ ਵੇਲੇ ਅੱਗੋਂ ਇਹ ਵੀ ਨਹੀਂ ਸੁਝਦਾ ਕਿ ਇਸ ਤੋਂ ਕਹਾਣੀ ਕਿਵੇਂ ਬਣਾਈ ਜਾ ਸਕਦੀ ਹੈ। ਚੰਗੀ ਕਹਾਣੀ ਇੱਕ ਮਾਮੂਲੀ ਜਿਹੇ ਝਲਕਾਰੇ ਤੋਂ ਜੁੜਦੀ ਹੈ, ਜਿਵੇਂ ਕਿਸੇ ਦੀ ਇੱਕ ਖਾਸ ਢੰਗ ਨਾਲ ਕਹੀ ਹੋਈ ਗੱਲ ਜਾਂ ਚਿਹਰੇ ਦਾ ਪ੍ਰਭਾਵ। ਦੋਸਤਾਂ ਦੀਆਂ ਦੱਸੀਆਂ ਹੋਈਆਂ ਵਿਚਿੱਤਰ ਘਟਨਾਵਾਂ ਜਿਨ੍ਹਾਂ ਨੂੰ ਉਹ ਬਹੁਤ ਵਧੀਆ ਕਹਾਣੀ ਦਾ ਪਲਾਟ ਸਮਝਦੇ ਹਨ, ਤੋਂ ਕਦੀ ਕੋਈ ਕਹਾਣੀ ਨਹੀਂ ਬਣ ਸਕਦੀ। ਮੇਰੀਆਂ ਕਈ ਕਹਾਣੀਆਂ ਇਸ ਤਰ੍ਹਾਂ ਟੁਰਦੀਆਂ ਹਨ ਜਿਵੇਂ ਉਹ ਕਿਸੇ ਨੇ ਮੈਨੂੰ ਸੁਣਾਈਆਂ ਹੋਣ।
ਇਸ ਗੱਲ ਨੂੰ ਸਪਸ਼ਟ ਕਰਨ ਲਈ ਮੈਂ ਤੁਹਾਨੂੰ ਆਪਣੀ ਕਹਾਣੀ ਨਮਸਕਾਰ ਬਾਰੇ ਦੱਸਦਾ ਹਾਂ। 1963 ਦੀ ਗੱਲ ਹੈ। ਮੈਂ ਸਾਈਕਲ ਉੱਤੇ ਸ਼ਹਿਰ ਜਾ ਰਿਹਾ ਸਾਂ। ਰਾਤ ਦਾ ਵੇਲਾ ਸੀ, ਬਾਜ਼ਾਰ ਬਹੁਤ ਖੁੱਲ੍ਹਾ ਸੀ ਤੇ ਸਾਈਕਲ ਤੇਜ਼ ਦੌੜ ਸਕਦਾ ਸੀ। ਜਿੱਥੇ ਕੁਝ ਵੇਖਣ ਨੂੰ ਹੋਵੇ ਇੱਕਦਮ ਰੋਕ ਵੀ ਲੈਂਦਾ ਸਾਂ। ਕੁਝ ਚਿਰ ਫਿਰ ਕੇ ਜਦੋਂ ਵਾਪਸ ਮੁੜ ਰਿਹਾ ਸਾਂ ਤਾਂ 3-4 ਸੜਕਾਂ ਤੇ ਵਿਚਕਾਰ ਬਣੇ ਇੱਕ ਗੋਲ ਚੱਕਰ ਉੱਤੇ ਇੱਕ ਸੁੰਦਰ ਇਸਤਰੀ ਖਲੋਤੀ ਸੀ। ਮੇਰੇ ਵਾਲੇ ਪਾਸਿਓਂ ਇੱਕ ਕਾਰ ਵੀ ਆ ਰਹੀ ਸੀ ਜਿਸ ਦੀਆਂ ਬੱਤੀਆਂ ਦੀ ਲਿਸ਼ਕ ਉਸ ਦੇ ਮੂੰਹ ਤੇ ਪਈ। ਉਹ ਇਸ ਤਰ੍ਹਾਂ ਦੀ ਦਿਸੀ ਜਿਹੜੀ 100 ਬੰਦਿਆਂ ਵਿੱਚ ਵੀ ਆਪਣਾ ਆਪ ਸੰਭਾਲ ਕੇ ਖਲੋ ਸਕਦੀ ਸੀ। ਕਾਰ ਦੀ ਬੱਤੀ ਦੀ ਲਿਸ਼ਕ ਸਾਹਮਣੇ ਵੀ ਉਹ ਕਾਹਲੀ ਨਾ ਪਈ। ਉਸਨੇ ਕੇਵਲ ਅੱਖਾਂ ਪਾਸੇ ਕਰ ਲਈਆਂ। ਇਸ ਲਿਸ਼ਕ ਵਿੱਚ ਮੈਂ ਉਸਨੂੰ ਹੋਰ ਸਵਾਰ ਕੇ ਵੇਖਿਆ। ਉਸ ਤਰ੍ਹਾਂ ਦੀਆਂ ਅੱਖਾਂ ਬਹੁਤ ਕੁਝ ਪੜ੍ਹਨ ਤੇ ਜਾਣਨ ਵਾਲੀ ਇਸਤਰੀ ਦੀਆਂ ਹੀ ਹੋ ਸਕਦੀਆਂ ਸਨ। ਪਰ ਇਸ ਇਸਤਰੀ ਉੱਤੇ ਮੈਂ ਕਹਾਣੀ ਕੀ ਲਿਖਾਂ? ਨਾ ਅੱਗਾ ਪਤਾ ਨਾ ਪਿੱਛਾ, ਨਾ ਸਲਾਮ ਨਾ ਦੁਆ। ਕਈ ਦਿਨ ਮੈਂ ਆਪਣੇ ਕੰਮਕਾਜ ਵਿੱਚ ਲੱਗਾ ਰਿਹਾ ਤੇ ਉਹ ਇਸਤਰੀ ਉਸੇ ਚੌਕ ਵਿੱਚ ਖਲੋਤੀ ਕਹਾਣੀ ਮੰਗਦੀ ਰਹੀ। ਇੱਕ ਦਿਨ ਮੈਨੂੰ ਖਿਆਲ ਆਇਆ ਕਿ ਉਸ ਕੁੜੀ ਦੀ ਦਿੱਖ ਵਿੱਚੋਂ ਅੱਜ ਦੇ ਪੰਜਾਬ ਦਾ ਹੰਭਲਾ ਝਾਕਦਾ ਹੈ। ਉਹ ਨਵੇਂ ਪੰਜਾਬ ਦਾ ਚਿੰਨ੍ਹ ਹੈ, ਇਸ ਲਈ ਕਹਾਣੀ ਮੰਗਦੀ ਹੈ। ਠੀਕ ਹੈ, ਉਹ ਸੁੰਦਰ ਇਸਤਰੀ ਨਵੇਂ ਪੰਜਾਬ ਦਾ ਚਿੰਨ੍ਹ ਹੋਣ ਦੇ ਨਾਤੇ ਕਹਾਣੀ ਮੰਗਦੀ ਸੀ, ਪਰ ਇਸ ਚਿੰਨ੍ਹ ਦੀ ਕਹਾਣੀ ਬਣੇ ਕਿਸ ਤਰ੍ਹਾਂ? ਕਈ ਦਿਨ ਪਿੱਛੋਂ ਮੈਨੂੰ ਇੱਕ ਅੰਗਰੇਜ਼ ਅਫਸਰ ਦਾ ਖਿਆਲ ਆਇਆ ਜਿਹੜਾ ਫੌਜ ਵਿੱਚ ਮੇਰੇ ਨਾਲ ਹੁੰਦਾ ਸੀ। ਉਹ ਹਿੰਦੁਸਤਾਨ ਤੇ ਹਿੰਦੁਸਤਾਨੀਆਂ ਵਿੱਚ ਦੂਜਿਆਂ ਨਾਲੋਂ ਜ਼ਿਆਦਾ ਦਿਲਚਸਪੀ ਲੈਂਦਾ ਸੀ। ਇਹ ਕਹਾਣੀ ਉਸ ਨਾਲ ਜੋੜੀ ਜਾ ਸਕਦੀ ਹੈ। ਉਹ ਇੰਗਲੈਂਡ ਤੋਂ ਮੁੜ ਕੇ ਇੱਥੇ ਆਉਂਦਾ ਹੈ ਤੇ ਮੇਰੇ ਨਾਲ ਫਿਰਦਾ ਫਿਰਾਂਦਾ ਸਭ ਕੁਝ ਨਵਾਂ-ਨਵਾਂ ਦੇਖਦਾ ਹੈ। ਵੇਖਦਿਆਂ ਹੀ ਵੇਖਦਿਆਂ ਉਹ ਇਸਤਰੀ ਵੀ ਵੇਖ ਲੈਂਦਾ ਹੈ ਤੇ ਫਿਰ ਕਹਿੰਦਾ ਹੈ, ਉਹੀ ਸਭ ਤੋਂ ਨਵੀਂ ਤੇ ਉੱਤਮ ਚੀਜ਼ ਹੈ। ਇਸ ਸਾਰੀ ਸਮੱਗਰੀ ਨੂੰ ਜੁੜਦਿਆਂ ਮਹੀਨਾ 2 ਮਹੀਨੇ ਲੱਗ ਗਏ। ਲਿਖਣ ਲਈ ਵਕਤ ਇਸ ਤੋਂ ਵੱਖਰਾ ਲੱਗਾ। ਕਹਾਣੀ ਦਾ ਢਾਂਚਾ ਸੋਚਣ ਨਾਲੋਂ ਕਹਾਣੀ ਲਿਖਣ ਲਈ ਹੋਰ ਵੀ ਸੁਖਾਵਾਂ ਸਮਾਂ ਚਾਹੀਦਾ ਹੈ। ਕਈ ਲੋਕ ਇਸ ਨੂੰ ਅਲਹਾਮ ਜਾਂ ਰੱਬੀ ਪ੍ਰੇਰਨਾ ਦਾ ਸਮਾਂ ਕਹਿੰਦੇ ਹਨ। ਮੇਰੀ ਲੋੜ ਇਸ ਤੋਂ ਬਹੁਤ ਘੱਟ ਹੈ। ਬਸ ਸਾਰਾ ਦਿਨ ਆਪਣਾ ਹੋਵੇ ਤਾਂ ਜੋ ਕਿਸੇ ਵੇਲੇ ਵੀ ਘੜੀ ਵੱਲ ਨਾ ਵੇਖਣਾ ਪਵੇ। ਰਾਤ ਤੱਕ ਕਿਸੇ ਦੇ ਆਉਣ ਦਾ ਡਰ ਨਾ ਹੋਵੇ, ਕੋਈ ਸੱਜਰੀ ਬੇਇੱਜ਼ਤੀ ਨਾ ਹੋਈ ਹੋਵੇ, ਵਹੁਟੀ ਨਾਲ ਲੜਾਈ ਨਾ ਹੋਵੇ, ਨੌਕਰੀ ਨੂੰ ਕੋਈ ਨਵਾਂ ਖਤਰਾ ਨਾ ਆ ਪਿਆ ਹੋਵੇ, ਤਾਂ ਸਮਝੋ ਇਹ ਅਲਹਾਮ ਲਈ ਵਾਤਾਵਰਨ ਅਨੁਕੂਲ ਹੈ। ਮੈਨੂੰ ਇਸ ਲਈ ਫੁੱਲਾਂ ਦੀ ਖੁਸ਼ਬੂ ਦੀ ਜਾਂ ਹਰੇ ਹਰੇ ਘਾਹ ਦੀ ਜਾਂ ਮੋਮਬੱਤੀਆਂ ਦੇ ਚਾਨਣ ਦੀ ਕੋਈ ਲੋੜ ਨਹੀਂ ਹੁੰਦੀ। ਰਜਾਈ ਵਿੱਚ ਲੇਟ ਕੇ, ਸੋਫੇ ਉੱਤੇ, ਭੋਏ ਉੱਤੇ ਜਾਂ ਕਿਸੇ ਖੁੰਡ ਉੱਤੇ ਬੈਠ ਕੇ ਇੱਕੋ ਜਿਹੇ ਆਰਾਮ ਨਾਲ ਲਿਖ ਸਕਦਾ ਹਾਂ। ਪੈਨਸਲ ਨਾਲ ਲਿਖਣਾ ਮੈਨੂੰ ਵਧੇਰੇ ਪਸੰਦ ਹੈ ਕਿਉਂਕਿ ਇਹ ਵਿਚਾਰੀ ਕੋਈ ਨਖਰਾ ਨਹੀਂ ਕਰਦੀ। ਇੱਕ ਹੋਰ ਲੋੜ ਇਹ ਹੈ ਕਿ ਉਹ ਕਹਾਣੀ ਉਹਨਾਂ ਦਿਨਾਂ ਵਿੱਚ ਹੀ ਖਤਮ ਕਰਨ ਦੀ ਮੰਗ ਨਾ ਹੋਵੇ। ਮੇਰੇ ਲਈ ਕਿਸੇ ਖਿਆਲ ਤੋਂ ਕਹਾਣੀ ਦਾ ਬਣ ਜਾਣਾ ਇੱਕ ਫੁੱਲ ਦੇ ਖਿੜਨ ਵਾਂਗ ਹੈ। ਇਹ ਬੂਟੇ ਦੇ ਸੁਭਾਅ ਅਨੁਸਾਰ ਆਪਣੇ ਦਿਨ ਲੈ ਕੇ ਹੀ ਖਿੜੇਗਾ। ਇਸ ਨੂੰ ਇਸ ਪਾਸੇ ਵੱਲ ਅਗਾਂਹ ਧੱਕਿਆ ਨਹੀਂ ਜਾ ਸਕਦਾ। ਕਾਹਲ ਕਰਕੇ ਇਸ ਨੂੰ ਧਿੱਕਣ ਨਾਲ ਇਸ ਦੀ ਸ਼ਕਲ ਵਿਗੜ ਜਾਵੇਗੀ ਤੇ ਜੋ ਕੁਝ ਇਸਨੇ ਬਣਨਾ ਸੀ ਉਹ ਨਹੀਂ ਬਣ ਸਕੇਗੀ। ਇੱਕ ਵਾਰ ਕਹਾਣੀ ਸਾਫ਼ ਲਖੀਚ ਕੇ ਜਦੋਂ ਕਿਸੇ ਪਰਚੇ ਨੂੰ ਚਲੀ ਜਾਵੇ ਤਾਂ ਉਸ ਤੋਂ ਪਿੱਛੋਂ ਮੇਰਾ ਉਸ ਨੂੰ ਪੜ੍ਹਨ ਨੂੰ ਕਦੀ ਜੀ ਨਹੀਂ ਕਰਦਾ। ਛਪ ਕੇ ਆਈ ਕਹਾਣੀ ਨੂੰ ਵੀ ਮੈਂ ਕਦੀ ਵੱਧ ਘੱਟ ਹੀ ਸਾਰੀ ਦੀ ਸਾਰੀ ਪੜ੍ਹਦਾ ਹਾਂ। ਸਗੋਂ ਹੈਰਾਨ ਹੁੰਦਾ ਹਾਂ ਕਿ ਹੋਰ ਲੋਕੀ ਉਸ ਨੂੰ ਕਿਉਂ ਪੜ੍ਹਦੇ ਹਨ। ਕਦੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਮੈਂ ਗੱਡੀ ਵਿੱਚ ਬੈਠਾ ਇਹ ਸੋਚ ਕੇ ਖੁਸ਼ ਹੋ ਜਾਵਾਂ ਕਿ ਮੈਂ ਫਲਾਨੀ ਕਹਾਣੀ ਲਿਖੀ ਸੀ। ਹਰ ਕਹਾਣੀ ਇੱਕ ਮਗਰੋਂ ਲਾਇਆ ਵਕਤ ਹੀ ਲੱਗਦਾ ਹੈ। ਅੱਜ ਕੱਲ੍ਹ ਮੇਰਾ ਕੁਝ ਇਸ ਤਰ੍ਹਾਂ ਦਾ ਵਕਤ ਆ ਗਿਆ ਜਾਪਦਾ ਹੈ ਕਿ ਹਰ ਕਹਾਣੀ ਅਖੀਰਲੀ ਲੱਗਦੀ ਹੈ। ਪੁਰਾਣਿਆਂ ਵਿਸ਼ਿਆਂ ਉੱਤੇ ਲਿਖਣ ਨੂੰ ਜੀ ਨਹੀਂ ਕਰਦਾ ਤੇ ਨਵਾਂ ਜ਼ਮਾਨਾ ਮੁੱਠ ਵਿੱਚ ਨਹੀਂ ਆਉਂਦਾ।
ਸਾਹਿਤ ਦੇ ਹੋਰ ਰੂਪਾਂ ਨਾਲੋਂ ਕਹਾਣੀ ਸਭ ਤੋਂ ਛੇਤੀ ਬੇਹਾ ਹੋ ਜਾਣ ਵਾਲਾ ਰੂਪ ਹੈ।